हाँ जी बेटा, अज आप कुल्फी कहानी बारे पढ़ते हैं। ठीक है, जिस दे राइटर ने प्रिंसीपल सुजान सिंह। महीना मुक्कण वाला सी। जून ਦੇ ਮਹੀਨੇ ਦੀ 26 ਤਰੀਕ ਸੀ। ਲੇਖਕ ਆਪਣੀ ਆਰਥਿਕ ਦਿਸ਼ਾ ਬਾਰੇ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ। ਕੁਲਫੀ ਵਾਲੇ ਦੀ ਆਵਾਜ਼ ਸੁਣ ਕੇ ਉਸ ਦਾ ਕੁਲਫੀ ਖਾਣ ਨੂੰ ਜੀ ਕੀਤਾ, ਪਰ ਪੈਸੇ ਦੀ ਤੰਗੀ ਕਾਰਨ ਉਹ ਬੇਵੱਸ ਸੀ। ਦੁਪਹਿਰ ਵੇਲੇ ਉਸਦੇ ਕਾਕੇ ਨੇ ਉਸ ਨੂੰ ਉਠਾਇਆ ਅਤੇ ਮੁਰਮਰਾ ਹੁੰਦਾ ਬੇਟਾ ਨਮਕੀਨ, ਜਿਵੇਂ ਬਿਸਕਟ ਵਗੈਰਾ ਹੁੰਦੇ ਨੇ, ਨਮਕੀਨ ਚੀਜ਼ ਹੁੰਦੀ ਹੈ, ਖਾਣ ਲਈ ਟਕੇ ਦੀ ਮੰਗ ਕੀਤੀ। ਟਕਾ ਕਿਹਨੂੰ ਕਹਿੰਦੇ ਨੇ? 2 ਪੈਸੇ ਨੂੰ ਕਹਿੰਦੇ ਨੇ, ਪੁਰਾਣਾ ਸਿੱਕਾ। ਠੀਕ ਹੈ, ਤੇ ਲੇਖਕ ਨੇ ਬੱਚੇ ਨੂੰ ਟਾਲਣਾ ਚਾਹਿਆ। ਲੇਖਕ ਅੰਦਰ ਹੀ ਅੰਦਰ ਬਦਲਦੀ ਆਰਥਿਕ ਹਾਲਤ ਤੇ ਵਿਚਾਰ ਕਰ ਰਿਹਾ ਸੀ। ਉਹ ਪੁਰਾਣੇ ਸਮੇਂ ਦੀ ਅੱਜ ਦੇ ਸਮੇਂ ਦੇ ਨਾਲ ਤੁਲਨਾ ਕਰਨ ਲੱਗਾ। ਉਹ ਸੋਚਣ ਲੱਗਾ ਕਿ ਉਸ ਦਾ ਪਿਓ ਉਸ ਤੋਂ ਕਿਵੇਂ ਘੱਟ ਪੜ੍ਹਿਆ ਲਿਖਿਆ ਸੀ, ਪਰ ਉਸ ਦੀ ਆਮਦਨ ਲੇਖਕ ਨਾਲੋਂ ਕਿਤੇ ਵੱਧ ਸੀ। ਕਾਕੇ ਨੇ ਫਿਰ ਵੀ ਟਕੇ ਦੀ ਮੰਗ ਕੀਤੀ। ਪਹਿਲਾਂ ਤਾਂ ਲੇਖਕ ਨੇ ਕਿਹਾ ਕਿ ਮੁਰਮਰਾ ਜਿਹੜਾ ਉਹ ਭੈੜਾ ਹੁੰਦਾ ਹੈ, ਉਹਨੂੰ ਟਾਲਣਾ ਚਾਹਿਆ ਵੀ ਮੁਰਮਰਾ, ਕਿਉਂਕਿ ਉਹਦੇ ਕੋਲ ਪੈਸੇ ਨਹੀਂ ਹੈਗੇ ਸੀ, ਉਹਨੂੰ ਦਵਾ ਨਹੀਂ ਸਕਦਾ ਸੀਗਾ। ਠੀਕ ਹੈ, ਉਹਨੇ ਬੱਚੇ ਨੂੰ ਟਾਲਿਆ ਵੀ ਬਹੁਤ ਜ਼ਿਆਦਾ ਭੈੜਾ ਹੁੰਦਾ ਹੈ ਇਹ। ਫਿਰ ਉਹਨੇ ਕਿਹਾ ਕਿ ਮੁਰਮਰੇ ਦੇ ਨਾਲ ਖੰਘ ਲੱਗ ਜਾਂਦੀ ਹੈ। ਫਿਰ ਉਸਨੇ ਕਾਕੇ ਨੂੰ ਸ਼ਾਮੀ ਕੁਲਫੀ ਖਵਾਉਣ ਦਾ ਵਾਅਦਾ ਕੀਤਾ, ਮਤਲਬ ਉਹਦੇ ਨਾਲ ਵਾਅਦਾ ਕੀਤਾ ਵੀ ਮੈਂ ਤੈਨੂੰ ਸ਼ਾਮ ਨੂੰ ਕੁਲਫੀ ਖਵਾ ਦੂੰਗਾ। ਠੀਕ ਹੈ, ਤੇ ਪਰ ਕਾਕਾ ਚੁੱਪ ਰਿਹਾ। ਕਾਕੇ ਨਾਲ ਕਿਤੇ ਵਾਅਦੇ ਤੋਂ ਬਚਣ ਲਈ ਉਹ ਤਪਦੀ ਦੁਪਹਿਰ ਵਿੱਚ ਘਰੋਂ ਹੀ ਬਾਹਰ ਨਿਕਲ ਗਿਆ। ਲੇਖਕ ਹੈ ਜਿਹੜਾ ਆਪਣੇ ਘਰ ਤੋਂ ਬਾਹਰ ਨਿਕਲ ਗਿਆ, ਜਿਹੜਾ ਉਹਨੇ ਆਪਣੇ ਬੱਚੇ ਦੇ ਨਾਲ ਵਾਅਦਾ ਕੀਤਾ ਸੀ। ਉਹ ਆਪਣੇ ਮਾਲਕ ਨੂੰ ਆਪਣੀ ਤਨਖਾਹ ਵਧਾਉਣ ਲਈ ਆਖਣ ਦੀਆਂ ਵਿਅੰਤਾਂ ਬਣਾਉਣ ਲੱਗ ਪਿਆ। ਫਿਰ ਨੌਕਰੀ ਚਲੇ ਜਾਣ ਦੇ ਡਰ ਤੋਂ ਉਸਨੇ ਚੁੱਪ ਰਹਿਣ ਦਾ ਫੈਸਲਾ ਕੀਤਾ। ਉਹ ਸ਼ਾਮ ਨੂੰ ਦੱਬੇ ਪੈਰੀ ਘਰ ਆਇਆ ਤਾਂ ਕਾਕਾ ਜਾਗਦਾ ਹੀ ਪਿਆ ਸੀ। ਕਾਕੇ ਨੂੰ ਬਹੁਤ ਰਾਤ ਹੋ ਗਈ ਦਾ ਬਹਾਨਾ ਲਾ ਕੇ ਉਸਨੇ ਕੁਲਫੀ ਖਾਣ ਨੂੰ ਕੱਲ ਤੇ ਟਾਲ ਦਿੱਤਾ। ਉਸਨੇ ਆਪਣੇ ਪੁੱਤਰ ਨੂੰ ਕਿਹਾ, ਕਾਕੇ ਨੂੰ, ਵੀ ਰਾਤ ਬਹੁਤ ਜ਼ਿਆਦਾ ਹੋ ਗਈ, ਉਹਨੇ ਬਹਾਨਾ ਲਾਇਆ ਤੇ ਕੁਲਫੀ ਖਵਾਉਣ ਦੀ ਜਿਹੜੀ ਗੱਲ ਸੀ ਵੀ ਮੈਂ ਤੈਨੂੰ ਕੱਲ ਨੂੰ ਕੁਲਫੀ ਖਵਾਉਂਗਾ, ਉਹਨੇ ਗੱਲ ਟਾਲ ਦਿੱਤੀ। ਦੂਸਰੇ ਦਿਨ ਲੇਖਕ ਨੇ ਨਾ ਚਾਹੁੰਦੇ ਹੋਏ ਵੀ ਆਪਣੇ ਇੱਕ ਸਾਥੀ ਕੋਲੋਂ 3 ਰੁਪਏ ਉਧਾਰ ਲਿਆਂਦੇ। ਉਹ 3 ਰੁਪਏ ਘਰ ਆਉਂਦਿਆਂ ਹੀ ਲੇਖਕ ਦੀ ਪਤਨੀ ਨੇ ਉਸ ਕੋਲੋਂ ਘਰ ਦੇ ਰਾਸ਼ਨ ਪਾਣੀ ਲਈ ਲੈ ਲਈ। ਲੇਖਕ ਨੇ ਕਾਕੇ ਦੀ ਜਿੱਦ ਬਾਰੇ ਕਿਹਾ ਤਾਂ ਪਤਨੀ ਨੇ ਕਿਹਾ ਕਿ ਉਹ ਉਸਨੂੰ ਟਕਾ ਦੇ ਦੇਵੇਗੀ। ਕਾਕਾ ਦੁਪਹਿਰ ਦੀ ਨੀਂਦ ਤੋਂ ਉੱਠਿਆ ਅਤੇ ਕੁਲਫੀ ਦੀ ਉਹਨੇ ਫਿਰ ਮੰਗ ਕੀਤੀ। ਉਸਨੂੰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਲੇਖਕ ਘਰੋਂ ਬਾਹਰ ਚਲਾ ਗਿਆ। ਉਸ ਦਿਨ ਉਹ ਰਾਤ ਦੇਰ ਤੱਕ ਉਹ ਘਰ ਪਰਤਿਆ। ਲੇਖਕ ਸੀ ਜਿਹੜਾ, ਪਰ ਕਾਕਾ ਉਸ ਸਮੇਂ ਸੌਂ ਚੁੱਕਾ ਸੀਗਾ। ਉਹ ਸੁੱਤਾ ਹੋਇਆ ਵੀ ਕੁਫੀ ਉਡਾ ਰਿਹਾ ਸੀ, ਕਿਉਂਕਿ ਛੋਟਾ ਬੱਚਾ ਸੀਗਾ। ਠੀਕ ਹੈ, ਕੁਲਫੀ ਤਾਂ ਉਹਨੂੰ ਕਹਿਣਾ ਨਹੀਂ ਆਉਂਦਾ ਸੀਗਾ, ਪਰ ਸੁਪਨੇ ਦੇ ਵਿੱਚ ਉਹ ਕੁਫੀ ਉਡਾ ਰਿਹਾ ਸੀਗਾ, ਬੁੜਬੜਾ ਰਹੇ ਸੀਗੇ ਮੂੰਹ ਦੇ ਵਿੱਚ। ਠੀਕ ਹੈ, ਮਤਲਬ ਅਚੇਤ ਮਨ ਦੇ ਵਿੱਚ ਉਹ ਅੱਧ ਸੁੱਤਾ ਪਿਆ ਸੀਗਾ। ਇਹ ਸੁਣ ਕੇ ਲੇਖਕ ਨੂੰ ਬਹੁਤ ਬੁਰਾ ਲੱਗਾ। ਸਵੇਰੇ ਉੱਠ ਕੇ ਕਾਕੇ ਨੇ ਕੁਲਫੀ ਦੀ ਕੋਈ ਮੰਗ ਨਾ ਕੀਤੀ। ਦੁਪਹਿਰ ਕੁ ਵੇਲੇ ਕੁਲਫੀ ਵਾਲੇ ਦਾ ਹੋਕਾ ਸੁਣਾਈ ਦਿੱਤਾ। ਲੇਖਕ ਦੀ ਜਾਗ ਖੁੱਲ ਗਈ। ਕਾਕਾ ਚੁੱਪ ਚਪੀਤੇ ਬੂਹੇ ਵਿੱਚ ਜਾ ਕੇ ਖਲੋ ਗਿਆ ਤੇ ਫਿਰ ਉਹ ਬਾਹਰ ਤੁਰ ਪਿਆ। ਲੇਖਕ ਵੀ ਹੌਲੀ ਹੌਲੀ ਉਸਦੇ ਪਿੱਛੇ ਚਲਾ ਗਿਆ। ਬਾਹਰ ਗਲੀ ਵਿੱਚ ਕੁਲਫੀ ਵਾਲਾ ਸ਼ਾਹ ਮਤਲਬ ਕਿ ਉਹ ਇੱਕ ਅਮੀਰ ਤੇ ਗਰੀਬ ਪਰਿਵਾਰ ਦੀ ਜਿਹੜੀ ਕਹਾਣੀ ਹੈ। ਠੀਕ ਹੈ, ਸ਼ਾਹ ਜੀ ਦੇ ਮੁੰਡੇ ਨੂੰ ਕੁਲਫੀ ਕੱਢ ਕੇ ਦੇ ਰਿਹਾ ਸੀ। ਉਹ ਮੁੰਡਾ 8 ਕੁ ਸਾਲਾਂ ਦੇ ਸੀ ਅਤੇ ਆਪਣੇ ਤੋਂ ਛੋਟਿਆਂ ਮੁੰਡਿਆਂ ਨੂੰ ਕੁੱਟ ਦਿੰਦਾ ਸੀਗਾ, ਕਿਉਂਕਿ ਉਹ ਤਕੜੇ ਘਰ ਦਾ ਮੁੰਡਾ ਸੀਗਾ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹ ਜੀ ਦੇ ਮੁੰਡੇ ਨੂੰ ਕੁਲਫੀ ਦੀ ਪਲੇਟ ਦਿੱਤੀ ਅਤੇ ਕਾਕੇ ਨੇ ਜ਼ੋਰ ਨਾਲ ਧੱਕਾ ਦੇ ਕੇ ਉਸ ਨੂੰ ਵੀ ਸੁੱਟ ਦਿੱਤਾ। ਸ਼ਾਹਾਂ ਦੇ ਮੁੰਡੇ ਨੂੰ ਉਸ ਉਠਾਇਆ ਤੇ ਇੱਕ ਹੋਰ ਧੱਕਾ ਦੇ ਦਿੱਤਾ। ਸ਼ਾਹਾਂ ਦੇ ਮੁੰਡੇ ਨੂੰ ਉਸਨੇ ਦੂਜੇ ਨੇ ਉਠਾਇਆ ਤੇ ਉਹਨੂੰ ਫੇਰ ਧੱਕਾ ਦੇ ਦਿੱਤਾ। ਇਸ ਤੋਂ ਪਹਿਲਾਂ ਕਿ ਕੁਲਫੀ ਵਾਲਾ ਕਾਕੇ ਤੇ ਹੱਥ ਚੁੱਕਦਾ ਤਾਂ ਲੇਖਕ ਨੱਸ ਕੇ ਕਾਕੇ ਨੂੰ ਚੁੱਕ ਲਿਆਇਆ। ਥੋੜੀ ਦੇਰ ਵਿੱਚ ਸ਼ਾਹਣੀ ਦੇ ਉਲਾਮਾ ਸ਼ਾਹ ਦੀ ਪਤਨੀ ਸੀ ਸ਼ਾਹਣੀ, ਉਹ ਉਲਾਮਾ ਲੈ ਕੇ ਆਉਣ ਤੇ ਲੇਖਕ ਦੀ ਪਤਨੀ ਨੇ ਕਾਕੇ ਨੂੰ ਮਾਰਨ ਲੱਗੀ ਤਾਂ ਲੇਖਕ ਨੇ ਉਸਨੂੰ ਕਿਹਾ ਕਿ ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਹੈ। ਤਾਂ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਹੈ ਕਿ ਕੁਝ ਵੰਡ ਸ਼ੁਦੈਣੇ ਕਾਇਰ ਪਿਓ ਤਾਂ ਉਹ ਕਾਇਰ ਹੋ ਗਿਆ, ਕਿਉਂਕਿ ਉਹਨੇ ਆਪਣੇ ਬੱਚੇ ਨੂੰ ਕੁਲਫੀ ਨਹੀਂ ਦਵਾ ਸਕਿਆ ਹੈਗਾ, ਕਿਉਂਕਿ ਆਰਥਿਕ ਤੰਗੀ ਬਹੁਤ ਜ਼ਿਆਦਾ ਸੀ ਜੀ, ਗਰੀਬੀ ਦੇ ਕਾਰਨ, ਜਿਸ ਕਰਕੇ ਉਹ ਆਪਣੇ ਪੁੱਤ ਨੂੰ ਕੁਲਫੀ ਨਹੀਂ ਦਵਾ ਸਕਿਆ ਹੈਗਾ। ਪਰ ਉਸਦੇ ਜਿਹੜਾ ਬੱਚਾ, ਉਹ ਮੁੰਡਾ ਜਿਹੜਾ ਕਾਕਾ, ਉਹ ਬਹੁਤ ਬਹਾਦਰ ਹੈ। ਠੀਕ ਹੈ, ਇਹ ਬੇਟਾ ਇਸ ਕਹਾਣੀ ਦਾ, ਕੁਲਫੀ ਕਹਾਣੀ ਦਾ ਸਾਰ ਹੈ ਇਹ। ਠੀਕ ਹੈ, ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਕੁਐਸਚਨ ਆਨਸਰ ਤੁਹਾਨੂੰ ਪੜ੍ਹਾ ਦਿੰਦੇ ਹਾਂ ਮੈਂ ਇੱਕ ਵਾਰੀ। ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ? ਕੁਲਫੀ ਵਾਲੇ ਦੇ ਹੋਕੇ ਦੀ ਆਵਾਜ਼ ਕਿੰਨਾ ਚਿਰ ਲੇਖਕ ਦੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗੀ। ਉਸਦੇ ਮੂੰਹ ਵਿੱਚ ਪਾਣੀ ਆ ਗਿਆ, ਪਰ ਉਹ ਬੇਵੱਸ ਸੀਗਾ, ਕਿਉਂਕਿ ਉਸ ਕੋਲ ਪੈਸੇ ਨਹੀਂ ਹੈਗੇ ਸੀ। ਉਹ ਆਪਣੀ ਆਰਥਿਕ ਤੰਗੀ ਬਾਰੇ ਸੋਚਣ ਲੱਗ ਪਿਆ।
ਉਹ ਸੋਚ ਰਿਹਾ ਸੀ ਕਿ ਜਿਹੜੀ ਪੈਸੇ ਦੀ ਤੰਗੀ ਹੈ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ, ਮਤਲਬ ਜੇਲ੍ਹ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਜਿਹੜੀ ਪੈਸੇ ਦੀ ਤੰਗੀ ਹੁੰਦੀ ਹੈ। ਤੁਸੀਂ ਟਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ। ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਕਾਕੇ ਨੇ ਆਪਣੇ ਪਿਓ ਕੋਲੋਂ ਮੁਰਮਰਾ ਖਾਣ ਲਈ ਟਕਾ ਮੰਗਿਆ, ਠੀਕ ਹੈ, 2 ਪੈਸੇ ਮੰਗੇ, ਪਰ ਮਹੀਨੇ ਦੇ ਆਖਰੀ ਦਿਨਾਂ ਦੇ ਚਲਦੇ ਉਸਦੇ ਪਿਓ ਕੋਲ ਪੈਸੇ ਨਹੀਂ ਸਨ। ਉਸਨੇ ਕਾਕੇ ਨੂੰ ਬਹਾਨਾ ਲਾਇਆ ਕਿ ਮੁਰਮਰਾ ਖਾਣ ਨਾਲ ਖੰਘ ਲੱਗ ਜਾਂਦੀ ਹੈ, ਜਿਸ ਦੇ ਉੱਤਰ ਵਿੱਚ ਕਾਕੇ ਨੇ ਕਿਹਾ ਤੁਸੀਂ ਟਕਾ ਦੇ ਦਿਓ, ਮਤਲਬ ਤੁਤਲਾ ਕੇ ਬੋਲ ਰਹੇ ਹੋ ਵੀ ਮੈਨੂੰ ਇੱਕ ਟਕਾ ਦੇ ਦਿਓ, ਮੈਨੂੰ ਖੰਘ ਨਹੀਂ ਲੱਗਦੀ। ਉਸਨੇ ਇਹ ਸ਼ਬਦ ਇਸ ਲਈ ਕਹੇ ਕਿਉਂਕਿ ਮੁਰਮਰਾ ਖਾਣ ਦੀ ਇੱਛਾ ਨੂੰ ਉਹ ਛੱਡਣਾ ਨਹੀਂ ਚਾਹੁੰਦਾ ਸੀ, ਜਿਹੜਾ ਕਾਕਾ ਸੀਗਾ, ਠੀਕ ਹੈ, ਛੋਟਾ ਬੱਚਾ। ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਸੀ? ਲੇਖਕ ਸੋਚਦਾ ਸੀ ਕਿ ਬਚਪਨ ਵਿੱਚ ਉਸਨੂੰ ਧੇਲਾ ਖਰਚਣ ਨੂੰ ਮਿਲਦਾ ਸੀ। ਉਸ ਵੇਲੇ ਧੇਲੇ ਦੇ ਇੰਨੇ ਛੋਲੇ ਆ ਜਾਂਦੇ ਸਨ, ਮਤਲਬ ਥੋੜੇ ਪੈਸਿਆਂ ਦੇ ਇੰਨੇ ਜ਼ਿਆਦਾ ਛੋਲੇ ਆ ਜਾਂਦੇ ਸਨ ਜਿਹੜੇ ਮੁੱਕਦੇ ਨਹੀਂ ਸਨ। ਹੁਣ ਆਨੇ ਦੇ ਵੀ ਉਹਨੇ ਛੋਲੇ ਨਹੀਂ ਆਉਂਦੇ ਸਨ। ਉਹ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਦੇ ਨਾਲ ਕਰਦਾ ਇਸ ਲਈ ਕਰਦਾ ਹੈ ਕਿਉਂਕਿ ਉਸਦੀ ਆਮਦਨ ਆਪਣੇ ਪਿਤਾ ਨਾਲੋਂ ਬਹੁਤ ਘੱਟ ਸੀ, ਜਦ ਕਿ ਉਹ ਉਹਨਾਂ ਨਾਲੋਂ ਕਿਤੇ ਵੱਧ ਪੜ੍ਹਿਆ ਹੋਇਆ ਸੀ, ਠੀਕ ਹੈ। ਜਿਹੜਾ ਲੇਖਕ ਬਹੁਤ ਜ਼ਿਆਦਾ ਪੜ੍ਹਿਆ ਹੋਇਆ ਸੀ, ਪਰ ਜਿਹੜਾ ਲੇਖਕ ਦਾ ਪਿਤਾ ਸੀਗਾ ਉਹ ਨਾਲ ਤਾਂ ਘੱਟ ਪੜ੍ਹਿਆ ਹੋਇਆ ਸੀ, ਪਰ ਜਿਹੜੀ ਆਮਦਨ ਸੀ ਉਹਦੀ ਲੇਖਕ ਦੇ ਨਾਲੋਂ ਵੀ ਵੱਧ ਸੀਗੀ। ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀਗਾ? ਲੇਖਕ ਨੂੰ ਲੱਗਦਾ ਸੀ ਕਿ ਉਸਦੇ ਇਕੱਲੇ ਦੀ ਆਵਾਜ਼ ਕਿਸੇ ਨੇ ਨਹੀਂ ਸੁਣਨੀ। ਮੰਗ ਕਰਨ ਤੇ ਉਸਨੂੰ ਨੌਕਰੀ ਦੇ ਖੁੱਸ ਜਾਣ ਦਾ, ਮਤਲਬ ਨੌਕਰੀ ਛੁੱਟ ਜਾਣ ਦਾ ਉਸਨੂੰ ਡਰ ਵੀ ਸਤਾਉਣ ਲੱਗ ਪਿਆ ਸੀ। ਬੇਰੁਜ਼ਗਾਰੀ ਦਾ ਭਵਿੱਖ ਉਸਨੂੰ ਬਹੁਤ ਹੀ ਮਾੜਾ ਲੱਗ ਰਿਹਾ ਸੀ, ਇਸ ਲਈ ਉਹ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਰ ਰਿਹਾ ਸੀ। ਸ਼ਾਹ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ? ਕਾਕੇ ਨੇ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹੀ ਤੇ ਉਸ ਨੂੰ ਮਾਰ ਕੇ ਮੋਰੀ ਵਿੱਚ ਸੁੱਟ ਦਿੱਤਾ। ਮੁੰਡੇ ਦੀ ਮਾਂ ਕਾਕੇ ਦੇ ਘਰ ਉਲਾਂਭਾ ਲੈ ਕੇ ਆਈ, ਮਤਲਬ ਸ਼ਾਹਣੀ ਸੀ ਜਿਹੜੀ, ਉਹ ਕਾਕੇ ਦੇ ਘਰ ਉਲਾਂਭਾ ਲੈ ਕੇ ਆਈ। ਕਾਕੇ ਦੀ ਮਾਂ ਨੂੰ ਬਹੁਤ ਗੁੱਸਾ ਆਇਆ ਤੇ ਉਹ ਕਾਕੇ ਨੂੰ ਚਪੇੜ ਮਾਰਨ ਲੱਗੀ। ਇਸ ਤੇ ਕਾਕੇ ਦੇ ਪਿਓ ਨੇ ਉਸ ਨੂੰ ਰੋਕਿਆ। ਕਾਕੇ ਦਾ ਪਿਓ ਖੁਸ਼ ਸੀ, ਉਹ ਆਪ ਤਾਂ ਕਾਇਰ ਸੀ ਪਰ ਉਸਦਾ ਮੁੰਡਾ ਸੀ ਜਿਹੜਾ ਉਹ ਬਹਾਦਰ ਸੀ। ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹ। ਕਾਕੇ ਨੂੰ ਉਸਦਾ ਪਿਤਾ 2 ਦਿਨ ਤੋਂ ਕੁਲਫੀ ਖਵਾਉਣ ਦਾ ਵਾਅਦਾ ਕਰ ਰਿਹਾ ਸੀ। ਉਸਨੇ ਆਪਣਾ ਇਹ ਵਾਅਦਾ ਨਹੀਂ ਨਿਭਾਇਆ ਸੀ। ਉਹ ਸੁਪਨੇ ਵਿੱਚ ਕੁਲਫੀ ਖਾਣ ਦੀ ਇੱਛਾ ਨੂੰ ਪ੍ਰਗਟਾਉਂਦਿਆਂ ਕੁਫੀ ਬੁੜਬੁੜਾ ਰਿਹਾ ਸੀ। ਲੇਖਕ ਇਸ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਆਰਥਿਕ ਮੰਦਹਾਲੀ ਵਿੱਚ ਮਨੁੱਖ ਦੀਆਂ ਆਪਣੀਆਂ ਸੱਧਰਾਂ ਇੱਛਾਵਾਂ ਨੂੰ ਮਾਰਦਾ ਰਹਿੰਦਾ ਹੈ। ਜਦੋਂ ਆਰਥਿਕ ਤੰਗੀ ਹੁੰਦੀ ਹੈ ਉਸਦੇ ਅੰਦਰ ਵਿਰੋਧ ਕਰ ਜਾਂਦਾ ਹੈ, ਉਸਦੇ ਅੰਦਰ ਜਿਹੜਾ ਵਿਰੋਧ ਕਰ ਜਾਂਦਾ ਹੈ। ਇਹ ਵਿਰੋਧ ਆਰਥਿਕ ਸੁੱਖ ਭੋਗ ਰਹੇ ਮਨੁੱਖਾਂ ਅੱਗੇ ਸਹੀ ਰੂਪ ਵਿੱਚ ਨਹੀਂ ਨਿਕਲਦਾ ਅਤੇ ਕ੍ਰੋਧ ਦਾ ਰੂਪ ਧਾਰਨ ਕਰ ਲੈਂਦਾ ਹੈ।